कै नह हुक्म हटायो। ਮਹਾਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੇ ਅੰਦਰ ਬਚਨ ਕਰਦੇ ਨੇ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਖੇ ਪਹੁੰਚਦੇ ਆ ਤੇ ਛੇਵੇਂ ਪਾਤਸ਼ਾਹ ਜੀ ਪੁੱਛਦੇ ਨੇ ਕਿ ਮਾਤ ਗੰਗਾ ਜੀ ਦਾ ਕੀ ਹਾਲ ਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਖ ਸ਼ਾਂਤ ਹੈ। ਬਾਬਾ ਬੁੱਢਾ ਸਾਹਿਬ ਜੀ ਤੁਹਾਡਾ ਇੱਥੇ ਆਉਣ ਦਾ ਕਾਰਨ ਕੀ ਆ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਦੱਸਦੇ ਆ ਕਿ ਜਿਸ ਵੇਲੇ ਪਤਾ ਲੱਗਿਆ ਕਿ ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਜੇ ਮਾਤਾ ਜੀ ਨੇ ਮੈਨੂੰ ਹੁਕਮ ਕੀਤਾ ਤੇ ਮੈਂ ਉਸੇ ਵੇਲੇ ਮਾਤਾ ਜੀ ਦਾ ਹੁਕਮ ਮੰਨ ਕੇ ਚੱਲ ਪਿਆ। ਮਾਤਾ ਜੀ ਦੇ ਹੁਕਮ ਨੂੰ ਮੈਂ ਮੋੜ ਨਹੀਂ ਸਕਦਾ ਸਾਂ। ਬੜੀ ਮੰਜ਼ਲ ਕਰ ਤੁਮ ਡਿੱਗ ਆਇਓ। ਹੇ ਮੇਰੀ ਪੀਰੀ ਦੇ ਮਾਲਕ ਜੀ, ਬਹੁਤ ਮੰਜ਼ਲ ਤੈਅ ਕੀਤੀ ਹੈ, ਲੰਮਾ ਸਫ਼ਰ ਕੀਤਾ ਹੈ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਗਵਾਲੀਅਰ ਬਹੁਤ ਲੰਮਾ ਪੈਂਡਾ ਹੈ। ਉਹਨਾਂ ਸਮਿਆਂ ਵਿੱਚ ਪੈਦਲ ਚੱਲ ਕੇ ਜਾਣਾ ਹੋਰ ਵੀ ਬੜਾ ਕਠਿਨ ਹੈ। ਬੇਸ਼ੱਕ ਘੋੜੇ ਜਾਂ ਹੋਰ ਜਿਹੜੇ ਰਥ ਆਦਿਕ ਸਵਾਰੀ ਸਾਧਨ ਹੈ, ਪਰ ਅੱਜ ਵਾਂਗੂ ਸੁੱਖ ਸਹੂਲਤਾਂ ਨਹੀਂ। ਤੋ ਕਹਿਣ ਲੱਗੇ ਬਹੁਤ ਲੰਮਾ ਪੈਂਡਾ ਤਹਿ ਕੀਤਾ ਹੈ ਤੇ ਫਿਰ ਗਵਾਲੀਅਰ ਵਿਖੇ ਪਹੁੰਚੇ ਹੋ। ਅਬ ਹੇਠਾ ਬੈਠਣ ਤੁਮ ਕੀਰਾ। ਬਾਬਾ ਬੁੱਢਾ ਸਾਹਿਬ ਜੀ, ਜਿਹੜੀ ਤੁਹਾਡੀ ਆਰਜ਼ਾ ਹੈ ਇੱਕ ਥਾਂ ਬੈਠ ਕੇ ਆਰਾਮ ਕਰਨ ਵਾਲੀ ਹੈ। ਤੁਹਾਨੂੰ ਟਿਕ ਕੇ ਆਰਾਮ ਕਰਨਾ ਚਾਹੀਦਾ ਹੈ। ਨਹਿ ਆਚੋ ਕਰ ਨਿਰਨੈ ਹੀਰਾ। ਤੇ ਕਹਿਣ ਲੱਗੇ ਵੀ ਤੁਸੀਂ ਇਹ ਬਹੁਤ ਖੇਚਲ ਕੀਤੀ ਹੈ, ਲੰਮਾ ਸਫ਼ਰ ਤੈਅ ਕੀਤਾ ਹੈ ਤੇ ਤੁਹਾਡੇ ਬਚਨਾਂ ਦੇ ਵਿੱਚ ਬੜੀ ਬਰਕਤ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਪਰਥਾਏ ਛੇਵੇਂ ਪਾਤਸ਼ਾਹ ਜੀ ਦੇ ਬਚਨ ਚੱਲਦੇ ਹਨ। ਅਬ ਜਿਮ ਕਹੋ ਲਿਖੈ ਸੁਧ ਪਾਛੀ। ਹੁਣ ਜਿਸ ਤਰ੍ਹਾਂ ਵੀ ਆਪ ਜੀ ਦਾ ਹੁਕਮ ਹੋਵੇਗਾ ਉਹਦੇ ਮੁਤਾਬਕ ਹੀ ਜੋ ਪਿਛਲਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਕੀ ਹਾਲ ਚਾਲ ਹੈ, ਮਾਤਾ ਜੀ ਦਾ, ਪਰਿਵਾਰ ਦਾ, ਸਿੱਖ ਸੰਗਤਾਂ ਦਾ, ਉਹਦੀ ਬਾਬਤ ਪਿੱਛੇ ਜਾ ਕੇ ਖਬਰ ਲੈਣੀ ਬਣਦੀ ਹੈ। ਜਿਸ ਤੇ ਮਾਤਾ ਰਹੇ ਮਨ ਆਛੇ। ਇਹੋ ਜਿਹੇ ਢੰਗ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਕਿ ਮਹਾਰਾਜ ਜੀ, ਆਪ ਜੀ ਨੂੰ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾਣਾ ਬਣਦਾ ਹੈ, ਜਿਸ ਦੇ ਨਾਲ ਮਾਤਾ ਜੀ ਦੀ ਵੀ ਖਬਰਸਾਰ ਲਈ ਜਾਏ ਤੇ ਫਿਰ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦਾ ਉਸ ਥਾਂ 'ਤੇ ਰਹਿਣਾ ਬਹੁਤ ਹੀ ਚੜ੍ਹਦੀ ਕਲਾ ਵਾਲਾ ਹੋਵੇਗਾ। ਜਾਏ ਬੇਗ ਤੇ ਕੁਸ਼ਲ ਸੁਣਾਵੇ। ਤੇ ਕਹਿਣ ਲੱਗੇ ਜਿੰਨਾ ਵੀ ਹੋ ਸਕੇ ਛੇਤੀ ਤੋਂ ਛੇਤੀ ਜਿਹੜੀ ਖੁਸ਼ੀ ਦੀ ਖਬਰ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜ ਜਾਣ ਵਾਲੀ ਇਹ ਜਾ ਕੇ ਸੁਣਾ ਦੇਣੀ ਚਾਹੀਦੀ ਹੈ। ਕਰਹਿ ਪ੍ਰਤੀਕਨ ਸੁਤ ਅਬ ਆਵੈ। ਕਿਉਂਕਿ ਮਾਤ ਗੰਗਾ ਜੀ ਉਡੀਕਦੇ ਆ ਕਿ ਪੁੱਤਰ ਜੀ ਹੁਣ ਆਉਂਦੇ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਮਾਤਾ ਗੰਗਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਤੋਰਿਆ ਸੀ, ਰਵਾਨਾ ਕੀਤਾ ਸੀ। ਬਾਬਾ ਬੁੱਢਾ ਸਾਹਿਬ ਜੀ ਵੀ ਬਚਨ ਕਰਦੇ ਆ ਕਿ ਹੇ ਛੇਵੇਂ ਪਾਤਸ਼ਾਹ, ਮਾਤਾ ਜੀ ਆਪ ਦੀ ਉਡੀਕ ਵਿੱਚ ਆ ਤੇ ਉਹ ਤਾਂ ਇਉਂ ਉਡੀਕਦੇ ਹੋਣਗੇ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਉਂਦੇ ਹੀ ਹੋਣਗੇ। ਸੁਣ ਕਰ ਸ੍ਰੀ ਗੁਰੂ ਹਰਗੋਬਿੰਦ ਚੰਦ। ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਇਹ ਬੋਲ, ਇਹ ਸ਼ਬਦ, ਮੇਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਚੰਦ ਵਰਗਾ ਮੁਖੜਾ ਹੈ, ਸੱਚੇ ਪਾਤਸ਼ਾਹ ਜੀ ਸੁਣਦੇ ਹਨ। ਕਹੈ ਮੁਸਕਾਵਤ ਦੀਤ ਆਨੰਦ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਿਉਂਕਿ ਉਹਨਾਂ ਨੂੰ ਬ੍ਰਹਮ ਗਿਆਨ ਹੈ ਔਰ ਅਨੁਭਵੀ ਗਿਆਨ ਪਰਮੇਸ਼ਰ ਦੇ ਘਰ ਦਾ ਆਉਣ ਵਾਲੇ ਸਮੇਂ ਦਾ
ਮਹਾਰਾਜ ਸੱਚੇ ਪਾਤਸ਼ਾਹ ਜੀ ਮਾਨੋ ਜਿਵੇਂ ਆਨੰਦਮਈ ਅਵਸਥਾ ਬਖਸ਼ਿਸ਼ ਕਰਦੇ ਹਨ। ਸਭ ਬਿਦ ਲਿਖੋ ਮਤ ਕੋ ਧੀਰ। ਮਹਾਰਾਜ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਸਾਰੇ ਪਾਸਿਆਂ ਤੋਂ ਮਾਤਾ ਜੀ ਨੂੰ ਆਖੋ ਕਿ ਵੱਡੀ ਧੀਰਜ ਰੱਖਣ। ਸਹਿ ਸੇਵਕ ਹਮ ਕੁਸ਼ਲ ਸਰੀਰ। ਅਸੀਂ ਆਪਣੇ ਸਿੱਖਾਂ ਤੇ ਸੇਵਕਾਂ ਦੇ ਸਹਿਤ ਚੜ੍ਹਦੀ ਕਲਾ ਵਿੱਚ ਆ, ਸੁੱਖ ਵਿੱਚ ਆ, ਤੇ ਸਾਰਿਆਂ ਦੇ ਸਰੀਰ ਚੜ੍ਹਦੀ ਕਲਾ ਵਿੱਚ ਹਨ। ਕੇਤਕ ਦਿਨ ਮਹਿ ਦਰਸ਼ ਆਏ। ਬਸ ਕੁਛ ਦਿਨ ਲੱਗਣਗੇ, ਫਿਰ ਅਸੀਂ ਆਣ ਕੇ ਤੁਹਾਡੇ ਦਰਸ਼ਨ ਕਰਾਂਗੇ। ਕਿ ਮੋਹਨਾ ਚਿਤ ਮਹਿ ਚਿੰਤ ਉਪਾਏ। ਕਹਿਣ ਲੱਗੇ ਮਹਾਰਾਜ ਕਿ ਮਾਤਾ ਜੀ ਨੂੰ ਇਹ ਦੱਸਿਆ ਜਾਏ ਕਿ ਮਾਤਾ ਜੀ ਐਵੇਂ ਆਪਣੇ ਮਨ ਵਿੱਚ ਕਿਸੇ ਕਿਸਮ ਦੀ ਕੋਈ ਚਿੰਤਾ ਨਾ ਕਰੋ। ਮੇਲ ਬਾਦਸ਼ਾਹ ਕੋ ਜੀ ਅਬ ਹੋਏ। ਜਦੋਂ ਵੀ ਸਾਡਾ ਬਾਦਸ਼ਾਹ ਜਹਾਂਗੀਰ ਦੇ ਨਾਲ ਮਿਲਾਪ ਹੋ ਜਾਵੇਗਾ, ਚੱਲ ਹੈ ਸਦਨ ਕਹ ਬਿਲਮ ਨ ਕੋਏ। ਬਸ ਉਸ ਤੋਂ ਬਾਅਦ ਫਿਰ ਅਸੀਂ ਸਿੱਧੇ ਆਪਣੇ ਘਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਪਹੁੰਚਾਂਗੇ। ਰਸਤੇ ਵਿੱਚ ਰੁਕਾਂਗੇ ਨਹੀਂ, ਬਹੁਤੀ ਦੇਰ ਨਹੀਂ ਲੱਗੇਗੀ। ਸੁਣ ਸਤਿਗੁਰ ਤੇ ਲਿਖ ਅਰਦਾਸ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਹੈ ਤੇ ਇਹਨਾਂ ਬਚਨਾਂ ਨੂੰ ਬੇਨਤੀ ਦੇ ਰੂਪ ਵਿੱਚ ਲਿਖਿਆ ਗਿਆ ਹੈ। ਪਾਠੀ ਤੁਰੰਤ ਹੀ ਮਾਤਾ ਪਾਸ। ਜਿਹੜਾ ਸੇਵਕ ਸੀ ਮਹਾਰਾਜ ਜੀ ਦੇ ਪਾਸ, ਉਸ ਸੇਵਕ ਨੇ ਤੁਰੰਤ ਉਸੇ ਵੇਲੇ ਚਿੱਠੀ ਲਿਖੀ ਹੈ। ਛੇਵੇਂ ਪਾਤਸ਼ਾਹ ਜੀ ਵੱਲੋਂ ਚਿੱਠੀ ਨੂੰ ਲਿਖ ਕੇ ਤੇ ਮਾਤਾ ਗੰਗਾ ਜੀ ਦੇ ਪਾਸ ਉਸ ਚਿੱਠੀ ਨੂੰ ਭੇਜਣਾ ਕੀਤਾ ਹੈ। ਏਮ ਸਤਿਗੁਰ ਕੋ ਭਇਓ ਬਰਤੰਤ। ਇਸ ਢੰਗ ਦੇ ਨਾਲ ਇਹ ਭਾਈ ਇਹ ਸਤਿਗੁਰਾਂ ਦਾ, ਇਹ ਉਹਨਾਂ ਦਾ ਆਪਣਾ ਵਿਖਿਆਨ ਹੈ। ਜਿਵੇਂ ਗੁਰੂ ਸਾਹਿਬ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਮਿਲਾਪ ਹੁੰਦਾ ਹੈ, ਕਵੀ ਸਾਹਿਬ ਜੀ ਕਹਿੰਦੇ ਨੇ ਉਹ ਇਸ ਢੰਗ ਦੇ ਨਾਲ ਹੋਇਆ ਹੈ। ਧੀਰਜ ਕੈ ਸਮੇਤ ਭਗਵੰਤ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਇਸ ਜਗਤ ਦੇ ਭਗਵੰਤ ਆ, ਮਾਨੋ ਭਗਵਾਨ ਨੇ, ਜਿਹੜੇ ਬਹੁਤ ਵੱਡੇ ਧੀਰਜ ਵਾਲੇ ਆ, ਉਹ ਸਾਰੇ ਸਿੱਖ ਸੰਗਤਾਂ ਨੂੰ ਵੀ ਦਰਾਸਾ ਦਿੰਦੇ ਆ। ਤੇ ਮਾਤਾ ਜੀ ਦੇ ਪਾਸ ਵੀ ਧੀਰਜ ਵਾਲਾ ਉਹਨਾਂ ਨੇ ਪੱਤਰ, ਇਹ ਚਿੱਠੀ ਭੇਜੀ ਹੈ। ਜਹਾਂਗੀਰ ਕੀ ਸੁਣੋ ਕਹਾਣੀ। ਹੁਣ ਕਵੀ ਸਾਹਿਬ ਜੀ ਲਿਖਦੇ ਆ ਕਿ ਜਿਹੜਾ ਬਾਦਸ਼ਾਹ ਜਹਾਂਗੀਰ ਹੈ, ਹੇ ਭਾਈ ਹੁਣ ਉਹਦੀ ਕਹਾਣੀ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸੁਣ ਲਈ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਮਿਲਾਪ ਹੁੰਦਾ ਹੈ। ਹੁਣ ਬਾਦਸ਼ਾਹ ਦੀ ਜਿਹੜੀ ਕਹਾਣੀ ਹੈ ਉਹਨੂੰ ਵੀ ਸੁਣਨਾ ਕਰੋ। ਹੁਣ ਚੰਦੂ ਨੇ ਹਕਮਤ ਠਾਨੀ। ਇਹ ਜਿਹੜਾ ਚੰਦੂ ਆ, ਇਹ ਸ਼ਰਾਰਤ ਕਰਨ ਤੋਂ ਅਜੇ ਵੀ ਟਲਦਾ ਨਹੀਂ। ਇਹਨੇ ਇੱਕ ਹੋਰ ਨਵੀਂ ਜਿਹੜੀ ਬਾਦਸ਼ਾਹ ਦੇ ਕੋਲ ਚਾਲ ਚੱਲੀ ਹੈ। ਚੱਲ ਹੈ ਸ਼ਾਹ ਚੱਲ ਹੈ ਦਿੱਲੀ ਅਬ ਆਛੇ। ਚੰਦੂ ਨੇ ਆਪਣੇ ਅਹਿਲਕਾਰਾਂ ਦੇ ਰਾਹੀਂ ਬਾਦਸ਼ਾਹ ਤੱਕ ਬੇਨਤੀ ਪਹੁੰਚਾਈ ਕਿ ਵੇਖੋ ਬਾਦਸ਼ਾਹ ਜੀ, ਹੁਣ ਸਾਨੂੰ ਇਸ ਸ਼ਹਿਰ ਜਿਹੜਾ ਵਾ ਗਵਾਲੀਅਰ, ਇਹਨੂੰ ਛੱਡ ਦੇਣਾ ਚਾਹੀਦਾ ਹੈ। ਇਹਨਾਂ ਮਹੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ। ਇਸ ਥਾਂ ਨੂੰ ਛੱਡ ਕੇ ਹੁਣ ਸਾਨੂੰ ਦਿੱਲੀ ਨੂੰ ਜਾਣਾ ਚਾਹੀਦਾ ਹੈ। ਗੁਰੂ ਹਕਾਰਨ ਕੋ ਨਹਿ ਬਾਂਚੇ। ਤੇ ਨਾਲ ਆਖਿਆ ਕਿ ਵੇਖੋ ਬਾਦਸ਼ਾਹ, ਗੁਰੂ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਉਣਾ, ਇਹ ਗੱਲ ਤੁਸੀਂ ਛੱਡ ਦਿਓ। ਉਹਦਾ ਮਤਲਬ ਇਹ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਾ ਬੁਲਾਇਆ ਜਾਏ। ਬਾਦਸ਼ਾਹ ਸਤਿਗੁਰਾਂ ਦਾ ਚੇਤਾ ਹੀ ਭੁਲਾਈ ਰੱਖੇ। ਕਹਿਣ ਲੱਗਾ ਬਾਦਸ਼ਾਹ, ਤੁਸੀਂ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਬੁਲਾਉਣਾ, ਇਸ ਗੱਲ ਨੂੰ ਛੱਡ ਦੇਵੋ। ਪਰ ਚਹਿ ਪਰ ਖਿਆਲ ਮਹਿ ਜਾਏ। ਤੇ ਤੁਸੀਂ ਆਪਣਾ ਖਿਆਲ ਰੱਖੋ। ਤੁਸੀਂ ਛੇਵੇਂ ਪਾਤਸ਼ਾਹ ਜੀ ਦੀ ਬਾਬਤ ਕੋਈ ਵਿਚਾਰ ਨਾ ਕਰੋ।
ਬਸ ਆਪਣੇ ਸਰੀਰ ਦਾ ਹੀ ਖਿਆਲ ਰੱਖੋ। ਜਾਤ ਇਸ ਲੈ ਚਲੋ ਚੜਾਏ। ਤੇ ਕਹਿਣ ਲੱਗੇ ਬਸ ਹੁਣ ਤੁਹਾਨੂੰ ਬਹੁਤੀ ਦੇਰ ਨਹੀਂ ਲਾਉਣੀ ਚਾਹੀਦੀ ਤੇ ਦਿੱਲੀ ਵੱਲ ਜਾਣ ਵਾਸਤੇ ਤੁਹਾਨੂੰ ਗਵਾਲੀਅਰ ਦੇ ਵਿੱਚੋਂ ਚੜ੍ਹਾਈ ਕਰ ਦੇਣੀ ਚਾਹੀਦੀ ਹੈ। ਜਬ ਗੁਰ ਜਾਏ ਗਵਾਲੀਅਰ ਬਰੇ। ਤੇ ਕਹਿਣ ਲੱਗੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਵਿਖੇ ਗਏ ਨੇ, ਗਵਾਲੀਅਰ ਦੇ ਕਿਲ੍ਹੇ 'ਚ ਜਾ ਕੇ ਅੱਲਾ ਪਾਕ ਖੁਦਾ ਦੀ ਬੰਦਗੀ ਕਰਦੇ ਹਨ। ਬਾਦਸ਼ਾਹ ਸਾਥ ਹਿਮ ਬੋਲਣ ਕਰੇ। ਤੇ ਚੰਦੂ ਜਿਹੜਾ ਹੈ ਇਹ ਬੋਲਦਾ ਹੈ ਬਾਦਸ਼ਾਹ ਦੇ ਨਾਲ, ਬਾਦਸ਼ਾਹ ਜਹਾਂਗੀਰ ਦੇ ਨਾਲ ਇਹ ਗੱਲਾਂ ਕਰਦਾ ਹੈ। ਚਲਿਏ ਹੈ ਦਿੱਲੀ ਕੀ ਬੜ ਮੰਦਰ। ਇਹ ਬਾਦਸ਼ਾਹ ਦਿੱਲੀ ਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ ਹੈ, ਜਿੱਥੇ ਤੁਹਾਡਾ ਬਹੁਤ ਵੱਡਾ ਮਹੱਲ ਹੈ, ਜਿੱਥੇ ਤੁਹਾਡਾ ਰਹਿਣ ਵਾਸਤੇ ਬਹੁਤ ਵਧੀਆ ਹਵੇਲੀ, ਵੱਡਾ ਮੰਦਰ ਹੈ। ਤਹ ਨਵ ਰੋਜ ਕਰੋ ਮਿਲ ਸੁੰਦਰ। ਕਹਿਣ ਲੱਗੇ ਵੀ ਇੱਕ ਤਾਂ ਜਿਹੜਾ ਨਵੇਂ ਸਾਲ ਦਾ ਪਹਿਲਾ ਦਿਨ ਮੰਨਿਆ ਜਾਂਦਾ ਹੈ ਤੇ ਉਸ ਦਿਨ ਉਹ ਕਹਿੰਦੇ ਨੇ ਇਹ ਫਰਵਰੀ ਦੀਨ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਹ 22 ਮਾਰਚ ਨੂੰ ਹੋਇਆ ਕਰਦਾ ਹੈ। ਆਮ ਮੁਰਾਦ ਖੁਸ਼ੀ ਮਨਾਉਣ ਦੀ ਵੀ ਇਸ ਦਿਨ ਵਿੱਚ ਮੰਨੀ ਜਾਂਦੀ ਹੈ। ਸੋ ਕਵੀ ਸਾਹਿਬ ਜੀ ਨੇ ਉਸ ਸਮੇਂ ਦਾ ਇਹ ਪ੍ਰਸੰਗ ਖਿੱਚ ਕੇ ਸਾਹਮਣੇ ਰੱਖਿਆ ਹੈ ਵੀ ਇਹ ਸਲਾਹ ਦਿੰਦਾ ਹੈ ਕਿ ਆਹ ਜਿਹੜਾ ਦਿਨ ਆ ਨਾ ਇਹ ਤੁਹਾਡੇ ਵਾਸਤੇ ਬੜਾ ਚੰਗਾ ਹੈ ਤੇ ਇਸ ਦਿਨ ਸਾਨੂੰ ਦਿੱਲੀ ਵਿਖੇ ਪਹੁੰਚ ਕਰਨੀ ਚਾਹੀਦੀ ਹੈ। ਇਤਿਆਦਕ ਬਹੁ ਬਾਤ ਬਣਾਏ। ਪਤਾ ਨਹੀਂ ਹੋਰ ਕਿੰਨੀਆਂ ਗੱਲਾਂ ਕਵੀ ਜੀ ਲਿਖਦੇ ਆ, ਇਸ ਚੰਦੂ ਨੇ ਬਣਾ ਕੇ ਦਸੀਆਂ ਵੀ ਗਵਾਲੀਅਰ ਦੇ ਮਹੱਲਾਂ ਨੂੰ ਛੱਡ ਦਿਓ ਤੇ ਦਿੱਲੀ ਵੱਲ ਨੂੰ ਕੂਚ ਕਰ ਜਾਵੋ। ਸਭ ਅਮਰਾਵਨ ਦਿਓ ਸਿਖਾਏ। ਹੁਣ ਇਸ ਚੰਦੂ ਨੇ ਜਿਹੜੇ ਬਾਕੀ ਉਮਰਾਵਰ, ਉੱਚ ਅਧਿਕਾਰੀ, ਉੱਚ ਕਰਮਚਾਰੀ ਜਾਂ ਇਹਦਾ ਜਿਹੜਾ ਮੰਤਰੀ ਮੰਡਲ ਆ, ਜਿੱਥੋਂ ਤੱਕ ਇਹਦੀ ਪਹੁੰਚ ਸੀ, ਉਹਨਾਂ ਨੂੰ ਇਸੇ ਤਰ੍ਹਾਂ ਸਿਖਾ ਦਿੱਤਾ ਹੈ। ਜਯੋ ਕਿਉ ਕਰ ਅਬ ਬਾਦਸ਼ਾਹ ਚੜਾਵੋ। ਜਿਹੜੇ ਜਿਹੜੇ ਇਹ ਵੱਡੇ ਲੋਕ ਚੰਦੂ ਦੇ ਆਖੇ ਲੱਗਦੇ ਸਨ, ਸਾਰਿਆਂ ਨੂੰ ਇਸ ਨੇ ਸਲਾਹ ਦਿੱਤੀ ਵੀ ਬਾਦਸ਼ਾਹ ਨੂੰ ਆਖੋ ਗਵਾਲੀਅਰ ਦੇ ਮਹੱਲਾਂ ਨੂੰ ਛੱਡ ਕੇ ਹੁਣ ਦਿੱਲੀ ਵੱਲ ਨੂੰ ਕੂਚ ਕਰ ਦੇਣਾ ਚਾਹੀਦਾ ਹੈ। ਚਲੋ ਸਕਲ ਨਿਜ ਘਰ ਸੁਖ ਪਾਵੋ। ਤੇ ਹੁਣ ਤੁਸੀਂ ਆਪਣੇ ਨਿੱਜੀ ਘਰ ਵਿੱਚ ਜਾਓ ਤੇ ਉੱਥੇ ਜਾ ਕੇ ਤੁਹਾਨੂੰ ਸੁੱਖ ਪ੍ਰਾਪਤ ਹੋਵੇ। ਇਹ ਬਾਦਸ਼ਾਹ ਨੂੰ ਚੰਦੂ ਸਲਾਹਾਂ ਦਿੰਦਾ ਹੈ। ਦਿਨ ਪ੍ਰਤ ਸਰਬ ਕਚਹਿਰੀ ਕਹੈ। ਤੇ ਇਸੇ ਤਰ੍ਹਾਂ ਦਿਨ ਪ੍ਰਤੀ ਦਿਨ, ਕਿਉਂਕਿ ਉੱਥੇ ਕਚਹਿਰੀ ਲੱਗਦੀ ਹੈ, ਤੁਹਾਡੀ ਉੱਥੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਬ ਦਿੱਲੀ ਮਹਿ ਸੁਖ ਬਹੁ ਹੈ। ਹੁਣ ਤੁਹਾਨੂੰ ਉੱਥੇ ਜਾ ਕੇ ਸੁੱਖ ਲੈਣਾ ਚਾਹੀਦਾ ਹੈ, ਕਿਉਂਕਿ ਇੱਥੇ ਤਾਂ ਗਵਾਲੀਅਰ ਦੇ ਵਿੱਚ ਬਹੁਤ ਸਾਰੇ ਕੈਦੀ ਆ, ਵੱਖ-ਵੱਖ ਜਿਹੜੇ ਰਾਜੇ ਆ, ਪਹਾੜੀ ਰਾਜੇ ਵੀ ਆ, ਹੋਰ ਵੀ ਬੜੇ ਖਤਰਨਾਕ ਕੈਦੀ ਆ। ਮਨ ਨੂੰ ਸਦਾ ਹੀ ਕਚਹਿਰੀ ਚੱਲਦੀ ਰਹਿੰਦੀ ਹੈ। ਨਾਲ ਦੇ ਜਿਹੜੇ ਕੋਈ ਮੰਤਰੀ ਮੰਡਲ ਆ, ਉਹਨਾਂ ਨੂੰ ਵੀ ਇਸ ਚੰਦੂ ਨੇ ਇਹ ਸਲਾਹ ਦਿੱਤੀ, ਇਹੀ ਸਿਖਾਇਆ ਵੀ ਬਾਦਸ਼ਾਹ ਨੂੰ ਸਾਰੇ ਆਖੋ ਦਿੱਲੀ ਵਿਖੇ ਜਾਏ ਤੇ ਆਪਣੇ ਘਰ ਵਿੱਚ ਜਾ ਕੇ ਸੁੱਖ ਲਵੇ। ਸੁਣ ਸਭ ਤੇ ਚਿਤ ਬਿਖੈ ਵਿਚਾਰੀ। ਸਾਰਿਆਂ ਦੇ ਕੋਲੋਂ ਸੁਣ ਕੇ ਤੇ ਫਿਰ ਉਹਨੇ ਆਪਣੇ ਚਿੱਤ ਦੇ ਵਿੱਚ ਵਿਚਾਰ ਕੀਤੀ ਹੈ। ਗਮਨ ਕਰਨ ਕਹੋ ਹੋ ਤਿਆਰੀ। ਠੀਕ ਹੈ, ਫਿਰ ਦਿੱਲੀ ਜਾਣ ਵਾਸਤੇ ਸਾਰੀ ਫੌਜ ਜਿਹੜੀ ਆ ਉਹ ਤਿਆਰੀ ਕਰੋ। ਜਹਾਂਗੀਰ ਗਜ ਚੜ੍ਹ ਕਰ ਚੱਲ। ਜਹਾਂਗੀਰ ਜਿਹੜਾ ਬਾਦਸ਼ਾਹ ਹੈ, ਇਹਨੇ ਅਸਵਾਰੀ ਕਰਨ ਵਾਸਤੇ ਇੱਕ ਹਾਥੀ ਮੰਗਵਾਇਆ।
ਉਸ ਹਾਥੀ ਉੱਤੇ ਚੜ੍ਹ ਕੇ ਚੱਲਦਾ ਹੈ। ਦਿਨ ਪ੍ਰਤ ਮੰਜ਼ਲ ਕਰਤ ਵਿਸਾਲਾ, ਦਿਨ ਪ੍ਰਤੀ ਦਿਨ ਰੋਜ਼ ਆਪਣਾ ਸਫ਼ਰ ਜਿਹੜਾ ਉਹ ਮੁਕਾਈ ਜਾਂਦਾ ਹੈ। ਦਿੱਲੀ ਆਣ ਪਰਵੇਸ਼ਿਓ ਬਾਦਸ਼ਾਹੂ, ਬਾਦਸ਼ਾਹ ਦਿੱਲੀ ਵਿਖੇ ਹੌਲੀ ਹੌਲੀ ਸਫ਼ਰ ਮੁਕਾ ਕੇ ਪਹੁੰਚ ਜਾਂਦਾ ਹੈ। ਮਿਲੇ ਬਰਿੰਦ ਬੇਗਮ ਨਿਜ ਨਾਹੂ, ਜਦੋਂ ਬਾਦਸ਼ਾਹ ਦਿੱਲੀ ਵਿਖੇ ਪਹੁੰਚ ਜਾਂਦਾ ਹੈ ਤਾਂ ਉਸ ਦੀ ਜੋ ਬੇਗਮ ਹੈ ਉਹ ਆਣ ਕੇ ਬਾਦਸ਼ਾਹ ਨੂੰ ਮਿਲਦੀ ਹੈ। ਚੰਦੂ ਅਦਕ ਆਨੰਦਤ ਭਇਓ, ਤੇ ਚੰਦੂ ਵਰਗਿਆਂ ਨੇ ਬਹੁਤ ਖੁਸ਼ੀ ਮਨਾਈ। ਮਨ ਵਿੱਚ ਇਹੋ ਵਿਚਾਰ ਸੀ ਵੀ ਕਿ ਸਤਿਗੁਰੂ ਜੀ ਹੁਣ ਗਵਾਲੀਅਰ ਹੀ ਰਹਿ ਗਏ, ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਆ। ਹੁਣ ਬਾਦਸ਼ਾਹ ਉੱਥੋਂ ਆ ਗਿਆ ਤੇ ਬਾਦਸ਼ਾਹ ਨੂੰ ਚੇਤਾ ਭੁਲਾ ਦਿਆਂਗੇ, ਸਤਿਗੁਰਾਂ ਦਾ ਚੇਤਾ ਹੀ ਨਾ ਕਰੇ, ਖਿਆਲ ਹੀ ਨਾ ਕਰੇ। ਤੋ ਚੰਦੂ ਨੇ ਇਸ ਗੱਲ ਨੂੰ ਵਿਚਾਰ ਕੇ ਬੜੀ ਖੁਸ਼ੀ ਮਨਾਈ ਹੈ। ਗੁਰੂ ਬਿਰਤੰਤ ਬਿਸਰ ਅਬ ਗਇਓ, ਸੋਚਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਕਿਲ੍ਹੇ ਵਿੱਚੋਂ ਬਾਹਰ ਕੱਢਣਾ ਇਹ ਤੇ ਹੁਣ ਬਾਦਸ਼ਾਹ ਭੁੱਲ ਹੀ ਜਾਵੇਗਾ। ਦੁਰਗ ਗਵਾਲੀਅਰ ਛੋਰਿਓ ਦੂਰ, ਤੇ ਗਵਾਲੀਅਰ ਦਾ ਜਿਹੜਾ ਕਿਲ੍ਹਾ ਸੀ ਉਹ ਦਿੱਲੀ ਤੋਂ ਕਾਫੀ ਦੂਰ ਰਹਿ ਗਿਆ, ਬਹੁਤ ਪਿੱਛੇ ਰਹਿ ਜਾਂਦਾ ਹੈ। ਕੋ ਨਹਿ ਕਰ ਹੈ ਜ਼ਿਕਰ ਹਜੂਰ, ਚੰਦੂ ਸੋਚਦਾ ਹੈ ਆਪਣੇ ਮਨ ਵਿੱਚ ਪਾਪ ਕਿ ਕੋਈ ਵੀ ਬੰਦਾ, ਕੋਈ ਵੀ ਕਰਮਚਾਰੀ, ਕੋਈ ਵੀ ਅਧਿਕਾਰੀ ਬਾਦਸ਼ਾਹ ਦੇ ਕੋਲ ਸਤਿਗੁਰਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਕਰੇਗਾ, ਕੋਈ ਗੱਲ ਨਹੀਂ ਕਰੇਗਾ। ਗੁਰੂ ਕੈਦੀਅਨ ਮਹਿ ਪਰ ਗਇਓ, ਇਸ ਬੰਦੇ ਨੇ ਇੰਨੀ ਮਾੜੀ ਨੀਅਤ ਖੋਟ ਦੇ ਨਾਲ ਮਨ ਵਿੱਚ ਵਿਚਾਰ ਕੀਤੇ ਕਿ ਗੁਰੂ ਮਹਾਰਾਜ ਜੀ ਤੇ ਹੁਣ ਕੈਦੀਆਂ ਦੇ ਨਾਂ ਰਲ ਗਏ ਆ। ਜਿਵੇਂ ਬਾਕੀ 52 ਕੈਦੀ ਆ ਤੇ 6ਵੇਂ ਪਾਤਸ਼ਾਹ ਵੀ ਹੁਣ ਉਹਨਾਂ ਕੈਦੀਆਂ ਦੇ ਵਿੱਚ ਹੀ ਗਿਣੇ ਜਾਣਗੇ। ਮਰਹਿ ਤਹਾਂ ਹੀਰ ਭਮਮ ਛਇਓ, ਔਰ ਇੱਥੋਂ ਤੱਕ ਇਸ ਪਾਪੀ ਬੰਦੇ ਨੇ ਸੋਚਿਆ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਹੀ ਮਾਰੇ ਜਾਣਗੇ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਮਹਾਨ ਸਤਿਗੁਰੂ ਆ ਉਹਨਾਂ ਦੇ ਬਾਰੇ ਇਉਂ ਸੋਚਦਾ ਹੈ ਕਿ ਮਰੇਗਾ ਉੱਥੇ ਹੀ ਜਿਹੜਾ ਮੇਰਾ ਵੈਰੀ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਾਬਤ ਇੰਨੀ ਆਪਣੇ ਮਨ ਵਿੱਚ ਈਰਖਾ ਪੈਦਾ ਕਰਦਾ ਹੈ। ਪੀਰਨ ਹੇਤ ਸ਼ੀਰਨੀ ਆਨ, ਤੇ ਇਸੇ ਤਰ੍ਹਾਂ ਹੁਣ ਦੂਸਰੇ ਪਾਸੇ ਕਵੀ ਸਾਹਿਬ ਜੀ ਲਿਖਦੇ ਆ, ਇਹ ਬਾਦਸ਼ਾਹ ਜਦੋਂ ਦਿੱਲੀ ਵਿਖੇ ਪਹੁੰਚ ਜਾਂਦਾ ਹੈ ਤੇ ਜਿਹੜਾ ਚੰਦੂ ਆ ਇਹਦਾ ਕੋਈ ਧਰਮ ਨੇਮ ਨਹੀਂ ਆ, ਕਿਉਂਕਿ ਪਾਪੀ ਤੇ ਬੇਈਮਾਨ ਬੰਦੇ ਦਾ ਕੋਈ ਵੀ ਧਰਮ ਨਹੀਂ ਹੁੰਦਾ। ਲੋਭੀ ਕਾ ਵਿਸਾਰ ਨਾ ਕੀਜੈ ਜੇ ਕਾ ਪਾਰ ਵਸਾਏ। ਇਹਨੇ ਕੋਈ ਸੀਰ ਨਹੀਂ ਬਣਾਈ ਤੇ ਕੁਛ ਪੀਰਾਂ ਦੇ ਕੋਲ ਇਹ ਲੈ ਕੇ ਜਾਂਦਾ ਹੈ। ਬੇਸ਼ੱਕ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੈ, ਪਰ ਅਜਿਹੇ ਬੰਦੇ ਬੇਦੀਨੇ ਹੀ ਹੁੰਦੇ ਆ। ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ। ਅਜਿਹੇ ਲੋਕ ਜਿਹੜੇ ਨੇ ਉਹ ਗੁਰੂ ਘਰ ਵੱਲੋਂ ਮਾਨੋ ਕਿ ਬੇਦੀਨੇ, ਜਿਨ੍ਹਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ। ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ। ਉਹੋ ਜਿਹੇ ਲੋਕਾਂ ਦੇ ਨਾਲ ਇਹਨਾਂ ਦਾ ਬਹਿਣ ਉੱਠਣ ਤੇ ਖਲੋਣ ਹੁੰਦਾ ਹੈ। ਕੋਈ ਇਹਨੇ ਸੀਰ ਨਹੀਂ ਤਿਆਰ ਕੀਤੀ ਹੈ ਤੇ ਕਿਸੇ ਪੀਰ ਦੀ ਇਸਨੇ ਮਨੌਤ ਕੀਤੀ ਹੈ। ਤੁਰਕ ਸਮੀਪ ਦਰੂਦ ਬਖਾਨ, ਜਿਵੇਂ ਲੋਕ ਰੋਟ ਬਣਾ ਕੇ ਵੀਰਵਾਰ ਵਾਲੇ ਦਿਨ ਚੜਾਉਂਦੇ ਆ ਕਿਸੇ ਪੀਰ ਦੀ ਕਬਰ ਉੱਤੇ, ਇਸੇ ਤਰ੍ਹਾਂ ਇਸ ਚੰਦੂ ਨੇ ਧਾਰ ਔਰ ਹਰਖ ਦਈ ਵਰਤਾਏ, ਤੇ ਉਹ ਕਿਸੇ ਪੀਰ ਦੇ ਅੱਗੇ ਰੱਖਿਆ ਤੇ ਵਰਤਾਇਆ ਹੈ। ਮਨ ਵਿੱਚ ਖੁਸ਼ੀ ਆ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕਰਵਾ ਦਿੱਤਾ ਹੈ। ਬਸ ਹੁਣ ਕੈਦੀ ਗਿਣੇ ਜਾਣਗੇ, ਹੁਣ ਉਹ ਕਿਲ੍ਹੇ ਵਿੱਚੋਂ ਬਾਹਰ ਨਹੀਂ ਆ ਸਕਣਗੇ ਤੇ ਮੈਂ ਉਸ ਥਾਂ 'ਤੇ ਮਰਵਾ ਦੇਵਾਂਗਾ। ਇਸ ਪਾਪੀ ਮਨੁੱਖ ਨੇ ਰੋਟ ਬਣਾ ਕੇ ਤੇ ਕਿਸੇ ਥਾਂ 'ਤੇ
ਧਾਰਮਿਕ ਸਥਾਨ ਤੇ ਜਾ ਕੇ ਵੰਡਦਾ ਹੈ। ਚਿੰਤਾ ਕਸ਼ਟ ਬਲੰਦ ਬਿਲਾਏ। ਸੋਚਦਾ ਹੈ ਕਿ ਮੇਰੀ ਜਿਹੜੀ ਚਿੰਤਾ ਹੈ ਨਾ ਉਹ ਖਤਮ ਹੋ ਗਈ ਆ। ਭਾਵ ਗੁਰੂ ਜੀ ਕਦੇ ਵੀ ਕਿਲੇ ਵਿੱਚੋਂ ਬਾਹਰ ਨਹੀਂ ਆ ਸਕਣਗੇ। ਸ਼੍ਰੀ ਗੁਰ ਅਰਜਨ ਪੂਰਬ ਮੈਂ ਮਾਰਿਓ। ਇਸ ਪਾਪੀ ਮਨੁੱਖ ਨੇ ਇੱਥੋਂ ਤੱਕ ਵਿਚਾਰ ਕੀਤੀ ਆਪਣੇ ਮਨ ਵਿੱਚ ਕਿ ਇਸ ਤੋਂ ਪਹਿਲਾਂ ਮੈਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਰਵਾ ਦਿੱਤਾ ਹੈ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਏ ਆ, ਉਹਨਾਂ ਦਾ ਕੌਣ ਵਾਲ ਵਿੰਗਾ ਕਰ ਸਕਦਾ ਹੈ? ਉਹ ਤੇ ਅਕਾਲ ਪੁਰਖ ਪਰਮੇਸ਼ਰ ਦੀ ਰਜ਼ਾ ਵਿੱਚ ਉਹਨਾਂ ਨੇ ਇਸ ਪੰਜ ਭੂਤਿਕ ਸਰੀਰ ਨੂੰ ਤਿਆਗਿਆ। ਪਰ ਇਸ ਨੀਚ ਬੰਦੇ ਦੀ ਜਿਹੜੀ ਘਟੀਆ ਸੋਚ ਆ, ਕਵੀ ਸਾਹਿਬ ਜੀ ਲਿਖਦੇ ਆ, ਇਹ ਸੋਚਦਾ ਵੀ ਮੈਂ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਵੀ ਲਾਹੌਰ ਵਿਖੇ ਬੁਲਾ ਕੇ ਇਸੇ ਤਰ੍ਹਾਂ ਹੀ ਕੀਤਾ ਹੈ। ਤਿਸ ਕੋ ਪੁੱਤਰ ਕੈਦ ਮੈਂ ਡਾਰਿਓ। ਹੁਣ ਮੈਂ ਉਸ ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਨੂੰ ਕੈਦ ਵਿੱਚ ਪਾ ਦਿੱਤਾ ਹੈ। ਬਾਦਸ਼ਾਹ ਨੂੰ ਕੁਹਾ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਹੈ। ਅਬ ਸੁਖ ਨੀਂਦ ਸੋਵਨੋ ਕਰੋ। ਹੁਣ ਮੈਂ ਸੁਖ ਦੀ ਨੀਂਦ ਸੋਵਾਂਗਾ। ਇਸ ਨੀਚ ਮਨੁੱਖ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਹੀਂ ਆ ਸਕਣਗੇ ਤੇ ਮੈਂ ਹੁਣ ਸੁਖ ਦੀ ਨੀਂਦ ਸੋਵਾਂਗਾ। ਸਭ ਪੀਰਨ ਕੇ ਪੱਗ ਸਿਰ ਧਰੋ। ਸਾਰੇ ਪੀਰਾਂ ਦੇ, ਕਿਉਂਕਿ ਧਰਮ ਤੇ ਇਸ ਮਨੁੱਖ ਦਾ ਕੋਈ ਵੀ ਨਹੀਂ। ਜਿਹੜਾ ਆਪਣੇ ਦਾ ਨਹੀਂ ਬਣਦਾ ਉਹ ਕਿਸੇ ਦਾ ਕੀ ਬਣੇਗਾ। ਤੋ ਕਵੀ ਸਾਹਿਬ ਜੀ ਇੱਥੇ ਲਿਖਦੇ ਆ, ਇਹ ਕਹਿੰਦਾ ਹੈ ਕਿ ਮੈਂ ਸਾਰਿਆਂ ਦੇ ਜਿਹੜੇ ਹੋਰ ਲੋਕ ਆ ਉਹਨਾਂ ਦੇ ਪੈਰੀ ਪਵਾਂਗਾ। ਕਰੇ ਮਦਦ ਮੇਰੀ ਬਲ ਲਾਏ। ਇਹਨਾਂ ਨੇ ਮੇਰੀ ਬਲ ਲਾ ਕੇ ਮਦਦ ਕੀਤੀ ਹੈ। ਐਮ ਕਹੇ ਮੂਰਖ ਅਦਕ ਮਨਾਏ। ਇਸ ਮੂਰਖ ਮਨੁੱਖ ਨੇ ਇਹ ਕਹਿ ਕੇ ਵੇਖੋ ਭਾਈ, ਇਹ ਜਿਹੜੇ ਪੀਰ ਲੋਕ ਆ ਇਹਨਾਂ ਦੀ ਮਦਦ ਨਾਲ ਹੀ ਅਸੀਂ ਗੁਰੂ ਸਾਹਿਬ ਜੀ ਨੂੰ ਕੈਦ ਕਰਵਾਇਆ ਹੈ। ਇਸ ਪ੍ਰਕਾਰ ਦਿਨ ਕਿਤਕ ਬਤਾਏ। ਕੁਛ ਦਿਨ ਜਿਹੜੇ ਆ ਇਸ ਪ੍ਰਕਾਰ ਇਸ ਢੰਗ ਦੇ ਨਾਲ ਕੁਛ ਦਿਨ ਜਿਹੜੇ ਆ ਉਹ ਬਤੀਤ ਹੁੰਦੇ ਹਨ। ਨਹਿ ਗੁਰ ਸਿਮਰਿਓ ਨਹੀਂ ਬੁਲਾਏ। ਹੁਣ ਜਿਹੜਾ ਬਾਦਸ਼ਾਹ ਹੈ ਉਹ ਬਾਦਸ਼ਾਹ ਵੀ ਆਪਣੇ ਚੋਜਾਂ ਵਿੱਚ ਮਸਤ ਹੋ ਗਿਆ ਤੇ ਉਹਨੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਨਹੀਂ ਕੀਤਾ ਹੈ। ਤਬ ਸਿੱਖਣ ਅਜਮਤ ਕੋ ਜਤਨ। ਹੁਣ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਨੇ ਵਿਚਾਰ ਕੀਤੀ, ਜਦੋਂ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਆਏ ਸਨ ਤੇ ਫਿਰ ਉਸ ਵੇਲੇ ਇਹ ਗੁਰੂ ਕੇ ਸਿੱਖ ਸੋਚ ਵਿਚਾਰ ਵਿੱਚ ਪਏ ਸਨ। ਹੁਣ ਇਹਨਾਂ ਗੁਰੂ ਕੇ ਸਿੱਖਾਂ ਨੇ, ਕਿਉਂਕਿ ਜਿਹੜੇ ਪਰਮੇਸ਼ਰ ਦੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਗੁਰਮੁਖ ਪਿਆਰੇ ਆ, ਉਹਨਾਂ ਦੇ ਬਚਨਾਂ ਵਿੱਚ ਹੀ ਬੜੀ ਤਾਕਤ ਆ। ਉਹਨਾਂ ਦੀ ਜ਼ਬਾਨ ਹੀ ਕਿਰਪਾਨ ਦੇ ਵਾਂਗ, ਉਹਨਾਂ ਦੀ ਹਰ ਕਰਨੀ ਜਿਹੜੀ ਆ ਉਹ ਮਾਨੋ ਕਰਾਮਾਤ ਹੈ। ਸੋ ਇਹ ਗੁਰੂ ਕੇ ਸਿੱਖ ਕੋਈ ਵਿਚਾਰ ਕਰਦੇ ਹਨ। ਕਰਤ ਭੈ ਸ਼ਤਰੂ ਕੋ ਹਤਨ। ਸੋਚਦੇ ਨੇ ਕਿ ਇਹ ਦੁਸ਼ਮਣ ਮਾੜੀ ਨੀਤੀ ਉੱਤੇ ਚੱਲ ਪਿਆ। ਹੁਣ ਇਹਦੇ ਨਾਲ ਉਸੇ ਤਰ੍ਹਾਂ ਦਾ ਵਰਤਾਰਾ ਸਤਰਾਂ ਵਾਲਾ ਦੁਸ਼ਮਣਾਂ ਵਾਲਾ, ਜਿਹਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਏ, ਇਹੋ ਜਿਹਾ ਯਤਨ ਸਾਨੂੰ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਹੀ ਦਿਵਸ ਬਿਤਾਵਾ। ਇਸ ਪ੍ਰਕਾਰ ਹੀ ਜਿਹੜਾ ਦਿਨ ਹੈ ਵਿਚਾਰ ਕਰਦਿਆਂ ਬਤੀਤ ਹੁੰਦਾ ਹੈ। ਜਾਮਨ ਭਈ ਤਿਮਰ ਕੋ ਛਾਵਾ। ਤੇ ਜਦੋਂ ਸਮਾਂ ਲੰਘ ਜਾਂਦਾ ਹੈ ਤੇ ਹਨੇਰਾ ਹੋ ਜਾਂਦਾ ਹੈ, ਕਿਉਂਕਿ ਦਿਨ ਲੰਘਦਾ, ਦਿਨ ਤੋਂ ਬਾਅਦ ਸ਼ਾਮ ਪੈ ਜਾਂਦੀ ਹੈ
ਤੇ ਫਿਰ ਸੂਰਜ ਛਿਪ ਜਾਂਦਾ ਹੈ ਤੇ ਪਰਛਾਵਾਂ ਵੀ ਖਤਮ ਹੋ ਜਾਂਦਾ ਹੈ। ਲਿਓ ਭਾਈ ਪ੍ਰਾਣਾ ਭਾਈ ਜੇਠੇ ਸੰਗ। ਹੁਣ ਭਾਈ ਪ੍ਰਾਣਾ ਸਾਹਿਬ ਜੀ ਤੇ ਭਾਈ ਜੇਠਾ ਜੀ ਇਹ ਦੋਵੇਂ ਗੁਰੂ ਕੇ ਸਿੱਖ ਇਕੱਤਰ ਹੋਏ ਹਨ। ਧਾਰਨ ਬਣੇ ਕਿਹਰੀ ਅੰਗ। ਇਹ ਜਿਹੜੇ ਗੁਰੂ ਕੇ ਸਿੱਖ ਆ ਮਹਾਨ ਬਹਾਦਰ ਯੋਧੇ, ਇਹਨਾਂ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਇਕੱਤਰ ਹੋ ਕੇ ਆਗੇ ਦਿੱਲੀ ਪੁਰ ਮਹਿ ਬਾਦਸ਼ਾਹੋ। ਇਹ ਫਿਰ ਦਿੱਲੀ ਵਿੱਚ ਪਹੁੰਚ ਜਾਂਦੇ ਆ। ਇਹ ਦੋਵੇਂ ਹੀ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਜਿਹੜੇ ਮਹਾਨ ਗੁਰਸਿੱਖ ਪਿਆਰੇ ਆ, ਇਹਨਾਂ ਦਾ ਯਤਨ ਆ ਕਿ ਹੁਣ ਆਪਣੀ ਜਿਹੜੀ ਕੋਸ਼ਿਸ਼ ਆ ਉਹਦੇ ਨਾਲ ਹੀ ਸਤਿਗੁਰਾਂ ਨੂੰ ਅਸੀਂ ਛਡਾਉਣਾ ਹੈ। ਇਹਨਾਂ ਨੇ ਸ਼ੇਰ ਦਾ ਰੂਪ ਧਾਰਨ ਕੀਤਾ ਹੈ। ਭਾਈ ਜੇਠਾ ਸਾਹਿਬ ਜੀ ਤੇ ਭਾਈ ਪ੍ਰਾਣਾ ਜੀ ਮਾਨੋ ਦੋਵੇਂ ਹੀ ਸ਼ੇਰ ਦੇ ਰੂਪ ਵਿੱਚ ਦਿੱਲੀ ਵਿਖੇ ਪਹੁੰਚ ਜਾਂਦੇ ਹਨ। ਵੇਖਮ ਵਿਸਾਲ ਦੁਰਗ ਕੇ ਮਾਹੋ। ਤੇ ਜਦੋਂ ਇਹ ਕਿਲੇ ਦੇ ਪਾਸ ਜਿੱਥੇ ਬਾਦਸ਼ਾਹ ਦਾ ਨਿਵਾਸ ਹੈ ਉਸ ਸਥਾਨ ਉੱਤੇ, ਕਿਉਂਕਿ ਬੜਾ ਨਾਕਾ ਹੈ, ਬਹੁਤ ਪਹਿਰੇਦਾਰ, ਜਿੱਥੇ ਦਿੱਲੀ ਦਾ ਬਾਦਸ਼ਾਹ ਕਿੰਨਾ ਸਖਤ ਪਹਿਰਾ ਹੋਵੇਗਾ, ਉਸ ਸਥਾਨ ਦੇ ਨਜ਼ਦੀਕ ਪਹੁੰਚ ਕਰਦੇ ਹਨ। ਰੰਗ ਮਹਿਲ ਚਾਮੀ ਕਰ ਕੇਰਾ। ਇਹ ਜਿਹੜੇ ਮਹਾਨ ਗੁਰਸਿੱਖ ਪਿਆਰੇ ਆ ਹੌਲੀ ਹੌਲੀ ਭਾਈ ਜੇਠਾ ਸਾਹਿਬ ਜੀ ਤੇ ਭਾਈ ਪ੍ਰਾਣਾ ਸਾਹਿਬ ਜੀ ਸ਼ੇਰ ਦਾ ਰੂਪ ਧਾਰ ਕੇ ਤੇ ਜਿਹੜਾ ਸੀਸ ਮਹਿਲ ਸੋਨੇ ਦਾ ਬਣਿਆ ਹੋਇਆ, ਬਾਦਸ਼ਾਹ ਜਹਾਂਗੀਰ ਜਿੱਥੇ ਆਪਣੇ ਮਹੱਲਾਂ ਦੇ ਵਿੱਚ ਆਰਾਮ ਕਰਦਾ ਹੈ ਤੇ ਸੀਸ ਮਹਿਲ ਜਿਹੜਾ ਸੋਨੇ ਦਾ ਬਣਿਆ ਹੋਇਆ ਹੈ। ਤਿਸ ਅੰਤਰ ਪਰਯੰਕ ਬਡੇਰਾ। ਉਸ ਮਹੱਲਾਂ ਦੇ ਵਿੱਚ ਇੱਕ ਬਹੁਤ ਵੱਡਾ ਪਲੰਘ ਡੱਠਾ ਹੈ। ਉਹ ਜਿਹੜਾ ਪਲੰਘ ਹੈ ਚਾਹ ਦੇਸਾ ਵਿਖੇ ਮਹਾ ਤਕਰਾਏ। ਉਹਦੇ ਆਸੇ ਪਾਸੇ ਬਹੁਤ ਤਕੜਾਈ ਆ। ਪਹਿਰੇਦਾਰ ਬਾਡੀਗਾਰਡ ਜਿਹੜੇ ਬਾਦਸ਼ਾਹ ਦੇ ਫੌਜਦਾਰ ਆ, ਪਹਿਰੇਦਾਰੀ ਕਰਨ ਵਾਲੇ ਹਥਿਆਰਬੰਦ ਬੰਦੇ ਬਹੁਤ ਜ਼ਿਆਦਾ ਹਨ। ਜਾਗੈ ਨਰ ਨਾਰੀ ਸਮੁਦਾਏ। ਇਹ ਸਾਰੇ ਲੋਕ ਜਾਗਦੇ ਆ। ਰਾਤ ਪੈ ਜਾਂਦੀ ਹੈ ਸੰਧਿਆ ਤੋਂ ਬਾਅਦ ਤੇ ਜਿੰਨੇ ਵੀ ਮਨੁੱਖ ਉਹਦੇ ਬਾਡੀਗਾਰਡ ਪਹਿਰੇਦਾਰ, ਕੀ ਮਨੁੱਖ ਤੇ ਕੀ ਨਰ ਤੇ ਕੀ ਨਾਰੀਆਂ, ਉਹ ਸਾਰੇ ਮਹੱਲਾਂ ਵਿੱਚ ਜਾਗਦੇ ਹਨ। ਪੌਰਨ ਬੁਰਜਨ ਨੀਰਹਿ ਨੀਰੇ। ਤੇ ਜਿਹੜੇ ਉੱਥੇ ਬੁਰਜ ਆ ਤੇ ਬੁਰਜ ਦੇ ਕੋਲ ਬਣੀਆਂ ਹੋਈਆਂ ਵੱਡੀਆਂ ਵੱਡੀਆਂ ਜਿਹੜੀਆਂ ਪੌੜੀਆਂ ਨੇ, ਇਹ ਮਹਾਨ ਗੁਰਸਿੱਖ ਪਿਆਰੇ ਹੌਲੀ ਹੌਲੀ ਉਹਦੇ ਪਾਸ ਜਾਈ ਜਾਂਦੇ ਹਨ। ਰਹਿ ਪਹਾਰੂ ਗਿਰਦ ਕਨੇਰੇ। ਤੇ ਪਹਿਰੇਦਾਰ ਬਾਦਸ਼ਾਹ ਦੇ ਬਿਲਕੁਲ ਨੇੜੇ ਆ। ਜਿਹੜੇ ਬਾਦਸ਼ਾਹ ਦੀ ਰਾਖੀ ਰੱਖਣ ਵਾਲੇ ਉਹਦੇ ਬਾਡੀਗਾਰਡ ਆ, ਉਹਦੇ ਇਰਦ ਗਿਰਦ ਖੱਬੇ ਸੱਜੇ ਬਹੁਤ ਵੱਡਾ ਸਖਤ ਪਹਿਰਾ ਹੈ। ਜਹਾਂਗੀਰ ਸੁਖ ਸੋ ਪਰ ਸੋਵਾ। ਜਹਾਂਗੀਰ ਬਾਦਸ਼ਾਹ ਬੇਪਰਵਾਹ ਹੋ ਕੇ ਬੜੇ ਸੁੱਖ ਦੇ ਨਾਲ ਆਪਣੇ ਪਲੰਘ ਦੇ ਉੱਤੇ ਸੁੱਤਾ ਹੈ। ਜਾਏ ਦੁਹ ਸਿੱਖਣ ਤਬ ਜੋਆ। ਤੇ ਇਸੇ ਤਰ੍ਹਾਂ ਇਹ ਜਿਹੜੇ ਗੁਰੂ ਕੇ ਸਿੱਖ ਆ ਮਹਾਨ ਗੁਰਸਿੱਖ ਪਿਆਰੇ, ਇਹ ਉਸ ਪਲੰਘ ਦੇ ਪਾਸ ਪਹੁੰਚ ਜਾਂਦੇ ਹਨ। ਨਹਿ ਕੋ ਦੇਖ ਸਕਿਓ ਜਬ ਗਏ। ਜਦੋਂ ਮਹਾਨ ਗੁਰਸਿੱਖ ਪਿਆਰੇ ਭਾਈ ਜੇਠਾ ਸਾਹਿਬ ਜੀ ਤੇ ਭਾਈ ਪ੍ਰਾਣਾ ਸਾਹਿਬ ਜੀ ਇਹ ਆਪਣੀ ਜਿਹੜੀ ਆਤਮਿਕ ਸ਼ਕਤੀ ਆ ਉਹਦੇ ਦੁਆਰਾ ਬਾਦਸ਼ਾਹ ਦੇ ਪਲੰਘ ਦੇ ਪਾਸ ਜਾਂਦੇ ਹਨ। ਭੀਮ ਸ਼ੇਰ ਕੇ ਤਨ ਧਰ ਲਏ। ਤੇ ਉਸ ਮਹਾਨ ਗੁਰਸਿੱਖਾਂ ਨੂੰ ਕੋਈ ਵੀ ਨਹੀਂ ਦੇਖ ਸਕਿਆ। ਇਹ ਜਿਹੜੇ ਮਹਾਨ ਗੁਰਸਿੱਖ ਆ, ਇਹਨਾਂ ਕੋਲ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਇਹੋ ਜਿਹੀਆਂ ਬਖਸ਼ਿਸ਼ਾਂ, ਕਿਉਂਕਿ ਪਰਉਪਕਾਰੀ ਕਾਰਜ ਕਰਨ ਵਾਸਤੇ ਜਾ ਰਹੇ ਨੇ ਤੇ ਕੋਈ ਵੀ ਬਾਡੀਗਾਰਡ ਪਹਿਰੇਦਾਰ ਇਹਨਾਂ ਨੂੰ ਦੇਖ ਨਹੀਂ ਸਕਿਆ।
ਇਹਨਾਂ ਮਹਾਨ ਗੁਰਸਿੱਖਾਂ ਨੇ ਆਪਣਾ ਰੂਪ ਜਿਹੜਾ ਬੱਬਰ ਸ਼ੇਰਾਂ ਵਰਗਾ ਧਾਰਨ ਕਰ ਲਿਆ ਹੈ। ਦੀਰਘ ਦਾਂਤ ਬਿਸਤ ਦਰਸੰਤੇ, ਵੱਡੇ ਵੱਡੇ ਦੰਦ ਜਿਵੇਂ ਬੱਬਰ ਸ਼ੇਰ ਦੇ ਬਹੁਤ ਵੱਡੇ ਖੂੰਖਾਰ ਖਤਰਨਾਕ ਦੰਦ ਹੁੰਦੇ ਆ। ਭਾਈ ਜੇਠਾ ਤੇ ਭਾਈ ਪੁਰਾਣਾ ਮਹਾਨ ਗੁਰਸਿੱਖਾਂ ਨੇ ਆਪਣਾ ਰੂਪ ਵਟਾਰਿਆ, ਬਾਦਸ਼ਾਹ ਦੇ ਕੋਲ ਜਾ ਕੇ ਬੱਬਰ ਸ਼ੇਰ ਬਣਦੇ ਆ। ਵੱਡੇ ਵੱਡੇ ਦੰਦ ਇਹਨਾਂ ਦੇ ਦਿਖਾਈ ਦਿੰਦੇ ਹਨ। ਲਾਂਗਲ ਸਟਾ ਝਟਕਾ ਪਟਕੰਤੇ, ਗਰਦਨ ਦੇ ਵਾਲ ਜਿਹੜੇ ਆ ਤੇ ਇਸੇ ਤਰ੍ਹਾਂ ਝਟਕਾ ਕੇ ਜਿਵੇਂ ਸ਼ੇਰ ਪਟਕਦੇ ਆ। ਸ਼ੇਰ ਆਪਣੇ ਢੰਗ ਦੇ ਨਾਲ ਜਿਵੇਂ ਆਪਣੇ ਸਰੀਰ ਨੂੰ ਹਿਲਾਉਂਦਾ ਹੈ, ਇਸੇ ਤਰ੍ਹਾਂ ਸਰੀਰ ਨੂੰ ਹਰਕਤ ਵਿੱਚ ਲਿਆਂਦਾ ਹੈ। ਤੀਖਣ ਨਖ ਅਰ ਆਖਣ ਲਾਲ, ਅੱਖਾਂ ਲਾਲ ਸੁਰਖ ਕਰ ਲੀਆਂ ਤੇ ਜਿਹੜੇ ਇਹਨਾਂ ਦੇ ਨਹੁੰ ਨੇ ਜਿਵੇਂ ਸ਼ੇਰ ਦੀਆਂ ਨੌਂਦਰਾਂ ਬਹੁਤ ਤਿੱਖੀਆਂ ਹੁੰਦੀਆਂ ਨੇ, ਉਹ ਇਸ ਤਰ੍ਹਾਂ ਦੀਆਂ ਤਿੱਖੀਆਂ ਨੌਂਦਰਾਂ ਬਣਾ ਲਈਆਂ ਹਨ। ਬਦਨ ਪਸਾਰ ਵਿਸਾਲ ਕਰਾਲ, ਆਪਣਾ ਸਰੀਰ ਬਹੁਤ ਵੱਡੇ ਬੱਬਰ ਸ਼ੇਰਾਂ ਵਰਗਾ ਬਹਾਦਰ ਯੋਧਿਆਂ ਨੇ ਬਣਾ ਲਿਆ ਹੈ। ਆਦੀ ਰਾਤ ਬਾਦਸ਼ਾਹ ਡਿੱਗ ਗਏ, ਹੁਣ ਅੱਧੀ ਰਾਤ ਦਾ ਸਮਾਂ ਹੁੰਦਾ ਹੈ ਜਦੋਂ ਬਾਦਸ਼ਾਹ ਆਪਣੇ ਮਹੱਲਾਂ ਦੇ ਵਿੱਚ ਆਰਾਮ ਕਰਦਾ ਹੈ। ਤਬੈ ਉਦਰ ਪਰ ਦੋ ਪਦ ਦਏ, ਉਸੇ ਵੇਲੇ ਮਹਾਨ ਗੁਰਸਿੱਖ ਭਾਈ ਜੇਠਾ ਤੇ ਪੁਰਾਣਾ ਜੀ ਬੱਬਰ ਸ਼ੇਰ ਬਣੇ। ਉਹਦੀ ਛਾਤੀ ਉੱਤੇ ਜਾ ਕੇ ਮਹਾਨ ਗੁਰਸਿੱਖਾਂ ਨੇ ਪੈਰ ਟਿਕਾ ਦਿੱਤੇ ਹਨ। ਬਾਦਸ਼ਾਹ ਅਚਾਨਕ ਆਂਖ ਉਗਾਰੇ, ਜਦੋਂ ਬੱਬਰ ਸ਼ੇਰਾਂ ਨੇ ਛਾਤੀ ਉੱਤੇ ਪੈਰ ਰੱਖੇ, ਬਾਦਸ਼ਾਹ ਉਸੇ ਵੇਲੇ ਉਹਦੀ ਅੱਖ ਜਿਹੜੀ ਆ ਖੁੱਲ ਜਾਂਦੀ ਹੈ। ਦੇਖ ਕਹਿਰੇ ਦਾਰਨ ਭਾਰੇ, ਜਦੋਂ ਉਹਨੇ ਵੇਖਿਆ ਵੀ ਮੇਰੀ ਛਾਤੀ ਉੱਤੇ ਬੱਬਰ ਸ਼ੇਰਾਂ ਨੇ ਪੈਰ ਰੱਖੇ ਐ, ਇੱਕ ਵੀ ਨਹੀਂ ਦੋ ਬੱਬਰ ਸ਼ੇਰ, ਤੇ ਬਾਦਸ਼ਾਹ ਮਾਨੋ ਚੀਕ ਉੱਠਦਾ ਹੈ। ਬਾਦਸ਼ਾਹ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਹਾਏ ਹਾਏ ਡਰ ਧਾਰ ਉਚਾਰਿਓ, ਉਸੇ ਵੇਲੇ ਹਾਏ ਹਾਏ ਕਰਦਾ ਵੀ ਮੈਨੂੰ ਇਹਨਾਂ ਬੱਬਰ ਸ਼ੇਰਾਂ ਤੋਂ ਬਚਾ ਲਵੋ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਇਹ ਬਹਾਦਰ ਯੋਧੇ ਇਹਦੀ ਛਾਤੀ ਉੱਤੇ ਚੜੇ ਆ। ਬਾਦਸ਼ਾਹ ਇਹਨਾਂ ਤੋਂ ਬਚਣ ਵਾਸਤੇ ਹਾਏ ਹਾਏ ਕਰਕੇ ਪੁਕਾਰਦਾ ਹੈ। ਸਾਡ ਸਤੀ ਇਹ ਆਈ ਵਿਚਾਰਿਓ, ਉਹਨੇ ਵਿਚਾਰਿਆ ਵੀ ਮੇਰੇ ਸਿਰ ਉੱਤੇ ਸਾੜ ਸਤੀ ਚੜ ਕੇ ਆ ਗਈ ਹੈ, ਹੁਣ ਮੇਰਾ ਬਚਾਅ ਔਖਾ ਹੋਵੇਗਾ। ਸੋ ਬਾਦਸ਼ਾਹ ਕਿਵੇਂ ਚੀਕਾਂ ਮਾਰਦਾ ਵੀ ਮੇਰਾ ਬਚਾਅ ਕੀਤਾ ਜਾਏ। ਤੇ ਇਸੇ ਤਰ੍ਹਾਂ ਬਾਦਸ਼ਾਹ ਨੇ ਜਦੋਂ ਇਹ ਪੁਕਾਰਾਂ ਕੀਤੀਆਂ, ਸਾਰੇ ਮਹੱਲਾਂ ਵਿੱਚ ਇਹਦੀ ਚਰਚਾ ਹੁੰਦੀ ਹੈ। ਚਰਚਾ ਤੋਂ ਬਾਅਦ ਕਿਵੇਂ ਪ੍ਰਸੰਗ ਅੱਗੇ ਚੱਲੇਗਾ, ਇਹ ਕੱਲ੍ਹ ਸ਼ਾਮ ਦੇ ਦੀਵਾਨ ਦੇ ਅੰਦਰ ਜੋ ਬਾਕੀ ਪ੍ਰਸੰਗ ਹੈ ਗੁਰੂ ਦਾ ਇਤਿਹਾਸ ਉਹ ਵਿਚਾਰਿਆ ਜਾਵੇਗਾ। ਇੰਨੀਆਂ